ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ, ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਾਡਾ ਵਿਸ਼ਾ ਹੈ ਬਾਈਬਲ ਦੀ ਭਵਿੱਖਬਾਣੀ ਦੀ ਕੁੰਜੀ। ਇਸ ਦਾ ਅਸੀਂ ਲੜੀਵਾਰ ਅਧਿਐਨ ਕਰਾਂਗੇ। ਇਸ ਦੇ ਵਿੱਚ ਅਸੀਂ ਦਾਨੀਏਲ ਦੀ ਪੁਸਤਕ ਦਾ ਅਧਿਐਨ ਕਰਾਂਗੇ। ਦਾਨੀਏਲ ਦੀ ਪੁਸਤਕ ਇੱਕ ਭਵਿੱਖਬਾਣੀ ਦੀ ਪੁਸਤਕ ਮੰਨੀ ਜਾਂਦੀ ਹੈ। ਬਾਈਬਲ ਦੀਆਂ ਸਭ ਤੋਂ ਜ਼ਿਆਦਾ ਜਾਣੀਆਂ ਪਛਾਣੀਆਂ ਕਹਾਣੀਆਂ ਵਿੱਚੋਂ ਕੁਝ ਕਹਾਣੀਆਂ ਦਾਨੀਏਲ ਦੀ ਪੁਸਤਕ ਦੇ ਵਿੱਚ ਹੀ ਪਾਈਆਂ ਜਾਂਦੀਆਂ ਹਨ। ਇਹ ਕਹਾਣੀਆਂ ਬਹੁਤ ਹੀ ਦਿਲਚਸਪ ਹਨ। ਇਹਨਾਂ ਦੀਆਂ ਰੂਪਰੇਖਾ ਇਸ ਪ੍ਰਕਾਰ ਹੈ। ਇਸ ਪੁਸਤਕ ਯਾਨੀ ਕਿ ਬਾਈਬਲ ਦੀ ਪਰਖ, ਇਸ ਦੇ ਵਿੱਚ ਅਸੀਂ ਵੇਖਾਂਗੇ ਬਾਈਬਲ ਉੱਤੇ ਆਧਾਰਿਤ ਖੋਜਾਂ ਦੀ ਗਵਾਹੀ ਦੀ ਖੋਜ ਕਰੋ। ਆਧੁਨਿਕ ਖੋਜਾਂ ਦੀ ਗਵਾਹੀ ਦੀ ਖੋਜ ਕਰੋ। ਮਸੀਹ ਦੀ ਗਵਾਹੀ ਦੀ ਖੋਜ ਕਰੋ। ਪੁਸਤਕ ਦਾ ਮੁੱਖ ਵਿਸ਼ਾ। ਸੋ ਦੋਸਤੋ, ਕੀ ਤੁਸੀਂ ਤਿਆਰ ਹੋ ਇੱਕ ਨਵੇਂ ਅਧਿਐਨ ਦੇ ਵਿੱਚ ਅੱਗੇ ਵਧਣ ਦੇ ਲਈ? ਸੋ ਆਓ ਦੇਰ ਨਾ ਕਰਦੇ ਹੋਏ ਵਧਦੇ ਹਾਂ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਵੱਲ ਲਗਾਈਏ ਔਰ ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਅਸੀਂ ਇਸ ਦੇ ਨਾਲ ਕੀ ਕਰਨ ਜਾ ਰਹੇ ਹਾਂ? ਜੀ ਹਾਂ, ਇਹ ਤਾਂ ਬਹੁਤ ਰੋਚਕ ਹੈ। ਕਿਸੇ ਨੂੰ ਵੀ ਕੋਈ ਖਿਆਲ ਨਹੀਂ ਸੀ ਕਿ ਇਹਨਾਂ ਦੋ ਲਿਖਤਾਂ ਨੂੰ ਕਿਵੇਂ ਆਪਸ ਵਿੱਚ ਮਿਲਾਇਆ ਜਾਵੇ। ਜਦੋਂ ਤੱਕ ਸਰ ਹੈਨਰੀ ਰੈਬਿਲਸਨ ਨੇ ਇੱਕ ਲਿਖਤ ਨੂੰ ਨਹੀਂ ਸੀ ਖੋਜਿਆ ਜੋ ਅਫਰਾਤ ਨਦੀ ਵਿੱਚ ਇੱਕ ਸਿਲੰਡਰ ਦੇ ਉੱਤੇ ਲਿਖੀ ਹੋਈ ਸੀ, ਉਸ ਵਾਦੀ ਦੇ ਵਿੱਚ ਜਿਸ ਦੇ ਵਿੱਚ ਇਹ ਸੱਚਾਈ ਸ਼ਾਮਲ ਸਨ ਜੋ ਇਸ ਸਮੱਸਿਆ ਨੂੰ ਬਿਆਨ ਕਰਦੀਆਂ ਹਨ। ਗੌਰ ਕਰੋ, ਦਾਨੀਏਲ ਦੇ ਜੀਵਨ ਕਾਲ ਦੇ ਅੰਤਲੇ ਹਿੱਸੇ ਦੇ ਦੌਰਾਨ ਬਾਬਲ ਦੇ ਦੋ ਰਾਜੇ ਸਨ, ਇੱਕ ਪਿਤਾ ਅਤੇ ਇੱਕ ਪੁੱਤਰ ਨਬੋ-ਨਿਸੀ। ਜਿਸ ਨੇ ਸ਼ਹਿਰ ਦੇ ਬਾਹਰ ਇੱਕ ਕਿਲੇ ਵਿੱਚ ਜੋ ਰਹਿੰਦਾ ਸੀ, ਉਹ ਉਸ ਦਾ ਸਭ ਤੋਂ ਵੱਡਾ ਪੁੱਤਰ ਬਲੈਸ਼ਰ ਸੀ। ਉਸ ਦੇ ਨਾਲ ਮਿਲ ਕੇ ਰਾਜਪਾਟ ਨੂੰ ਸੰਭਾਲਣ ਵਾਲਾ ਸੀ। ਅਤੇ ਇਸ ਨੂੰ ਦੁਆਰਾ ਫਿਰ ਦੂਸਰੇ ਰਾਜਿਆਂ ਦੀ ਪੁਸਤਕ 20 ਅਧਿਆਏ ਉਸ ਦੀਆਂ 17 ਵਚਨ ਤੋਂ ਲੈ ਕੇ 19 ਵਚਨਾਂ ਤੱਕ ਦੁਹਰਾਇਆ ਗਿਆ ਹੈ। ਹੁਣ ਗੌਰ ਕਰੋ, 1 ਤੋਂ ਲੈ ਕੇ 8 ਐਤ ਜੋ ਕਿ ਇਸ ਅਧਿਆਏ ਵਿੱਚ ਪਾਈ ਜਾਂਦੀਆਂ ਹਨ। ਉਹਨਾਂ ਤੋਂ 150 ਵਰ੍ਹੇ ਪਹਿਲਾਂ ਯਸ਼ਾਇਆ ਨਬੀ ਨੇ ਆਖਿਆ ਸੀ ਕਿ ਬਾਬਲ ਬਲੇਸ਼ਰ ਦੇ ਨਾਲ ਮਿਲ ਕੇ ਰਾਜ ਭਾਗ ਸੰਭਾਲਣ ਵਾਲਾ ਸੀ। ਉਸਨੇ ਉਸ ਨੂੰ ਆਪਣਾ ਸ਼ਾਹੀ ਰੁਤਬਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੋਈ ਸੀ। ਬਲੇਸ਼ਰ ਉਸ ਸ਼ਹਿਰ ਦੀ ਹਿਫਾਜ਼ਤ ਕਰਦਿਆਂ ਵੱਢਿਆ ਗਿਆ ਸੀ। ਨਬੋ-ਨਿਸੀ ਨੂੰ ਬਚਾ ਲਿਆ ਗਿਆ ਸੀ। ਇਸ ਤਰ੍ਹਾਂ ਇਹ ਵੇਖਣ ਵਿੱਚ ਨਾ ਮਹੱਤਵਪੂਰਨ ਜਾਪਣ ਵਾਲੇ ਗਿਆਨ ਦਾਨੀਏਲ ਨਬੀ ਦੀ ਪੁਸਤਕ ਦੇ 2 ਐਤਾਂ ਦੀ ਵਿਆਖਿਆ ਕਰਦੀ ਹੈ ਜੋ ਮੈਂ ਚਾਹੁੰਦਾ ਹਾਂ ਕਿ ਆਪ ਸਮਝੋ। ਗੌਰ ਕਰੋ, 5 ਅਧਿਆਏ ਉਸ ਦੀ 7 ਐਤ ਦੇ ਵੱਲ। ਰਾਜੇ ਨੇ ਉੱਚੀ ਆਵਾਜ਼ ਨਾਲ ਚਿਲਾ ਕੇ ਆਖਿਆ ਕਿ ਜੋਸ਼ੀਓ, ਕਸਿਓ ਤੇ ਅਗੰਮ ਗਿਆਨੀਓ, ਉਹਨਾਂ ਨੂੰ ਸਾਹਮਣੇ ਕਰੋ। ਰਾਜੇ ਨੇ ਬਾਬਲ ਦੇ ਗਿਆਨੀਆਂ ਨੂੰ ਆਖਿਆ, ਭਾਈ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਤਾਂ ਇਹਦਾ ਅਰਥ ਮੈਨੂੰ ਦੱਸੇ। ਉਹਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਏਗਾ ਅਤੇ ਉਹਦੇ ਗਲ ਵਿੱਚ ਸੋਨੇ ਦਾ ਕੈਠਾ ਪਾਇਆ ਜਾਏਗਾ ਅਤੇ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣੇਗਾ। ਤੀਸਰਾ ਕਿਉਂ? ਕਿਉਂਕਿ ਆਪ ਕੋਲ ਪਹਿਲੇ ਹੀ 2 ਹਨ। ਤੁਹਾਡੇ ਕੋਲ ਨਬੋ-ਨਿਸੀ ਅਤੇ ਬਲੇਸ਼ਰ ਮਿਲ ਕੇ ਰਾਜ ਪਾਟ ਸੰਭਾਲਦੇ ਹਨ ਅਤੇ ਦਾਨੀਏਲ ਸੰਭਵ ਤੌਰ ਤੇ ਤੀਸਰੇ ਦਰਜੇ ਦੇ ਹਾਕਮ ਤੋਂ ਸਿੱਖਿਆ ਨਹੀਂ ਹੋ ਸਕਦਾ। ਇਸ ਤਰ੍ਹਾਂ 29 ਐਤ ਜੋ ਦਾਨੀਏਲ ਦੀ ਪੁਸਤਕ ਦੇ 5ਵੇਂ ਅਧਿਆਏ ਦੀ ਹੈ, ਉਸ ਦੇ ਬਾਰੇ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ। ਤਦ ਬਲੈਸ਼ਰ ਨੇ ਆਗਿਆ ਦਿੱਤੀ ਤੇ ਉਹਨਾਂ ਨੇ ਦਾਨੀਏਲ ਨੂੰ ਕਿਰਮਚੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਠਾ ਉਹਦੇ ਗਲ ਵਿੱਚ ਪਾਇਆ ਅਤੇ ਉਸ ਲਈ ਢੰਡੋਰਾ ਫਰਾਇਆ। ਭਾਈ ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਗਿਆ ਹੈ। ਵਾਕਈ ਤੀਜੇ ਦਰਜੇ ਦਾ ਹਾਕਮ। ਉਸ ਰਾਜ ਦੇ ਵਿੱਚ ਇਸ ਤਰ੍ਹਾਂ ਜੋ ਆਲੋਚਕ ਹਨ ਉਹ ਸਿਰਫ ਗਲਤ ਹੀ ਨਹੀਂ ਹਨ, ਪਰ ਜਦੋਂ ਅਸੀਂ ਇਹ ਜਾਣ ਲੈਂਦੇ ਹਾਂ ਕਿ ਇਹ ਕਿਉਂ ਗਲਤ ਹਨ, ਤਦ ਇਹ ਇੱਕ ਵਚਨ ਦੇ ਭਾਗ ਦੀ ਵਿਆਖਿਆ ਕਰਦਾ ਹੈ ਜਿਸ ਨੂੰ ਅਸੀਂ ਜਦੋਂ ਤੱਕ ਅਸੀਂ ਇਹ ਨਹੀਂ ਜਾਣ ਲੈਂਦੇ ਕਿ ਉਹ ਗਲਤ ਸਨ, ਅਸੀਂ ਇਸ ਨੂੰ ਨਹੀਂ ਸਮਝ ਸਕਦੇ। ਭਾਗ ਈੜੀ, ਮਸੀਹ ਦੀ ਗਵਾਹੀ ਦੀ ਖੋਜ ਕਰਨਾ। ਸਾਡੇ ਕੋਲ ਵਰਤਮਾਨ ਅਧਿਐਨ ਹੈ ਜੋ ਦਾਨੀਏਲ ਨਬੀ ਦੀ ਪੁਸਤਕ ਦੇ ਨਾਲ ਨਿਪਟਣ ਦੇ ਵਿੱਚ ਸਾਡੀ ਮਦਦ ਕਰਦਾ ਹੈ। ਪਰ ਮੈਂ ਤੁਹਾਨੂੰ ਉਸ ਆਖਰੀ ਧੱਕੇ ਦੇ ਬਾਰੇ ਦੱਸਣ ਦੀ ਖੁਆਇਸ਼ ਰੱਖਦਾ ਹਾਂ ਜੋ ਕਿ ਆਪ ਉਹਨਾਂ ਲੋਚਕਾਂ ਨੂੰ ਦੇ ਸਕਦੇ ਹੋ ਜੋ ਕਿ ਦਾਨੀਏਲ ਦੀ ਪੁਸਤਕ ਨਾਲ ਸੰਬੰਧਿਤ ਹਨ। ਮੈਂ ਚਾਹੁੰਦਾ ਹਾਂ ਕਿ ਆਪ ਮੇਰੇ ਨਾਲ ਆਪਣੀ ਬਾਈਬਲ ਮੱਤੀ ਦੀ ਅੰਜੀਲ
24 ਅਧਿਆਏ ਉਸ ਦੀਆਂ 14 ਤੋਂ 15 ਐਤਾਂ ਨੂੰ ਕੱਢੋ। ਇੱਥੇ ਸਾਡੇ ਕੋਲ ਆਖਰੀ ਧਮਾਕਾ ਹੈ ਜੋ ਇਸ ਪੁਸਤਕ ਉੱਤੇ ਧਾਵਾ ਬੋਲਣ ਵਾਲੇ ਆਲੋਚਕਾਂ ਨੂੰ ਦੇਣ ਵਾਸਤੇ ਹੈ। ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹਨੇ ਪ੍ਰਦੇਸ਼ ਜਾਣ ਲੱਗਿਆਂ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ ਅਤੇ ਇੱਕ ਨੂੰ 5 ਤੋੜੇ, ਦੂਏ ਨੂੰ 2 ਅਤੇ ਤੀਏ ਨੂੰ 1, ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ ਤਾਂ ਪ੍ਰਦੇਸ਼ ਨੂੰ ਉਹ ਚਲਾ ਗਿਆ। ਯਿਸੂ ਮਸੀਹ ਜੀ ਹਨ ਜੋ ਖੁਦ ਇਸ ਵਿਖਿਆਨ ਨੂੰ ਕਰ ਰਹੇ ਹਨ। ਉਹ ਕੀ ਆਖਦੇ ਹਨ? ਉਹ ਪੁਰਾਣੇ ਨੇਮ ਦੀਆਂ ਬਾਈਬਲ ਦੀਆਂ ਲਿਖਤਾਂ ਵਿੱਚ ਆਖਦੇ ਹਨ, ਇਸ ਦਾਨੀਏਲ ਨਬੀ ਦੇ ਨਾਲ ਜਾਣੀ ਜਾਣ ਵਾਲੀ ਪੁਸਤਕ ਕਦੇ 9 ਅਧਿਆਏ ਵਿੱਚ ਦਾਨੀਏਲ ਨਬੀ ਨੇ ਉਜਾੜ ਦੀ ਪ੍ਰਸਤ ਕਰਨ ਵਾਲੀ ਚੀਜ਼ ਦੇ ਬਾਰੇ ਲਿਖਿਆ ਸੀ ਅਤੇ ਜੋ ਕੁਝ ਉਸ ਨੇ ਆਖਿਆ ਸੀ ਉਹ ਉਸੇ ਦੇ ਬਾਰੇ ਹੈ ਜਿਸ ਬਾਰੇ ਠੀਕ ਮੈਂ ਇਸ ਸਮੇਂ ਗੱਲ ਕਰ ਰਿਹਾ ਹਾਂ। ਯਿਸੂ ਮਸੀਹ ਜੀ ਨੇ ਆਖਿਆ ਸੀ ਕਿ ਦਾਨੀਏਲ ਅਸਲ ਮਨੁੱਖ ਸੀ। ਇਸ ਤਰ੍ਹਾਂ ਮੈਂ ਸਮਕਲੀਆਂ ਦੇ ਵਿੱਚ ਰੁਚੀ ਰੱਖਦਾ ਹਾਂ ਅਤੇ ਹਿਜ਼ਕੀਏਲ ਇਸ ਮਾਮਲੇ ਵਿੱਚ ਇੱਕ ਵੱਡੀ ਮਦਦ ਹੈ। ਮੈਂ ਵਰਤਮਾਨ ਅਧਿਐਨ ਵਿੱਚ ਸੂਚੀ ਰੱਖਦਾ ਹਾਂ ਅਤੇ ਇਹ ਮੈਨੂੰ ਉਤਸ਼ਾਹਿਤ ਕਰਦਾ ਹੈ। ਪਰ ਮੇਰੇ ਦੋਸਤੋ, ਜਦੋਂ ਯਿਸੂ ਮਸੀਹ ਜੀ ਆਖਦੇ ਹਨ ਕਿ ਦਾਨੀਏਲ ਅਸਲ ਹੈ, ਇਹੋ ਹੀ ਹੈ ਜਿਸ ਸਭ ਦੀ ਮੈਨੂੰ ਜ਼ਰੂਰਤ ਹੈ ਅਤੇ ਉਹ ਸਭ ਜਿਸ ਦੀ ਮੈਨੂੰ ਜ਼ਰੂਰਤ ਹੈ ਉਹ ਹੈ ਬਾਈਬਲ ਬਾਣੀ ਦੀ ਉਹ ਇੱਕ ਐਤ ਜੋ ਮੈਨੂੰ ਇਹ ਆਖਦੀ ਹੈ ਕਿ ਦਾਨੀਏਲ ਦੀ ਪੁਸਤਕ ਤਰਕ ਸੰਗਤ ਹੈ ਅਤੇ ਮੈਂ ਇਸ ਪੁਸਤਕ ਵਿੱਚ ਜਾ ਕੇ ਪੂਰੇ ਭਰੋਸੇ ਨਾਲ ਇਸ ਦੀ ਸੱਚਾਈ ਨੂੰ ਖੋਜ ਕਰ ਸਕਦਾ ਹਾਂ ਜਦੋਂ ਕਿ ਮੇਰੇ ਹੱਥ ਵਿੱਚ ਪਰਮੇਸ਼ਰ ਦੀ ਬਾਣੀ ਦਿੱਤੀ ਗਈ ਹੈ। ਦਾਨੀਏਲ ਇੱਕ ਤਰਕ ਸੰਗਤ ਵਿਅਕਤੀ ਹੈ। ਭਾਵੇਂ ਆਲੋਚਕ ਇਸ ਦਾ ਤਿਰਸਕਾਰ ਕਰਦੇ ਹਨ, ਇਹ ਪੁਰਾਣੇ ਨੇਮ ਦੀਆਂ ਲਿਖਤਾਂ ਵਿੱਚ ਸ਼ਾਮਲ ਪੁਸਤਕ ਹੈ। ਹੁਣ ਇਹ ਉਹ ਮੇਲ ਹੈ ਅਤੇ ਇਹੋ ਹੀ ਹੈ ਉਹ ਸਭ ਜੋ ਅਸੀਂ ਇਸ ਸਮੁੱਚੇ ਵਿਸ਼ੇ ਦੇ ਬਾਰੇ ਆਖਣ ਜਾ ਰਹੇ ਹਾਂ। ਆਪ ਇਸ ਨੂੰ ਸੁਣ ਜਾ ਰਹੇ ਹੋ। ਜੇਕਰ ਆਪ ਇੱਕ ਆਮ ਯੂਨੀਵਰਸਿਟੀ ਦੇ ਵਿੱਚ ਜਾਓ, ਉੱਥੇ ਤੱਕ ਕਿ ਇੱਕ ਉਦਾਰਵਾਦੀ ਮਸੀਹ ਸਕੂਲ ਦੇ ਵਿੱਚ, ਉੱਥੇ ਵੀ ਦਾਨੀਏਲ ਦੇ ਬਾਰੇ ਸਵਾਲ ਉਠਾਇਆ ਜਾ ਸਕਦਾ ਹੈ। ਮੈਂ ਆਪ ਨੂੰ ਦੱਸਣ ਦੀ ਖੁਆਇਸ਼ ਰੱਖਦਾ ਹਾਂ ਕਿ ਇਹ ਇਸ ਦੇ ਬਾਰੇ ਕੋਈ ਸਵਾਲ ਨਹੀਂ ਹੈ। ਦਾਨੀਏਲ ਮਜ਼ਬੂਤ ਹੈ, ਇਹ ਬਿਲਕੁਲ ਠੀਕ ਠਾਕ ਹੈ। ਨੰਬਰ 2, ਗੁਪਤ ਇਸ ਕਿਤਾਬ ਦਾ ਮੁੱਖ ਵਿਸ਼ਾ। ਮੈਂ ਇਸ ਦਾਨੀਏਲ ਨਾਂ ਦੀ ਪੁਸਤਕ ਦੇ ਮੁੱਖ ਵਿਸ਼ੇ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਿਆਂ ਕੁਝ ਪਲ ਇਸ ਦੇ ਦੁਆਰਾ ਇਸ ਉੱਤੇ ਨਜ਼ਰ ਮਾਰਨ ਦੀ ਖੁਆਇਸ਼ ਰੱਖਦਾ ਹਾਂ। ਇਹ ਬਹੁਤ ਹੀ ਮਹੱਤਵਪੂਰਨ ਹੈ। ਜਦੋਂ ਆਪ ਇਸ ਪੁਸਤਕ ਦੀ ਇੱਕ ਕਿਸਮ ਦੀ ਤਸਵੀਰ ਨੂੰ ਪਾਉਣ ਦੇ ਲਈ ਇਸ ਦਾ ਅਧਿਐਨ ਕਰਦੇ ਹੋ ਕਿ ਇਹ ਪੁਸਤਕ ਕਿੱਥੇ ਜਾ ਰਹੀ ਹੈ, ਜਦੋਂ ਕਿ ਆਪ ਇਸ ਦਾ ਅਧਿਐਨ ਐਤ ਦਰ ਐਤ ਕਰਦੇ ਹੋ, ਜੇਕਰ ਮੈਨੂੰ ਇਹ ਆਖਣਾ ਪਵੇ ਕਿ ਦਾਨੀਏਲ ਦੀ ਪੁਸਤਕ ਦਾ ਮੁੱਖ ਵਿਸ਼ਾ ਕੀ ਹੈ, ਤਦ ਮੇਰੇ ਲਈ ਇਹ ਆਖਣਾ ਕਠਿਨ ਨਹੀਂ ਹੋਵੇਗਾ ਕਿ ਦਾਨੀਏਲ ਦੀ ਕਿਤਾਬ ਆਪਣੇ ਮੁੱਖ ਵਿਸ਼ੇ ਵਜੋਂ ਪਰਮੇਸ਼ਰ ਦੀ ਸਰਵ ਵਿਆਪਕ ਅਧਿਕਾਰ ਨੂੰ ਰੱਖਦੀ ਹੈ। 2 ਜਾਂ 3 ਵਚਨ ਦੇ ਭਾਗ ਹਨ ਜੋ ਸਾਨੂੰ ਇਹ ਸਿਖਾਉਂਦੇ ਹਨ ਅਤੇ ਕੂਸ਼ ਦੀ ਪੁਸਤਕ ਇਸ ਦੀ ਇੱਕ ਮਿਸਾਲ ਹੈ। ਆਪਣੀਆਂ ਬਾਈਬਲਾਂ ਵਿੱਚੋਂ ਦਾਨੀਏਲ ਨਬੀ ਦੀ ਪੁਸਤਕ 2 ਅਧਿਆਏ ਉਸ ਦੀ 28 ਐਤ ਦੇ ਵਚਨਾਂ ਨੂੰ ਕੱਢੋ। ਇਸ ਗੱਲ ਉੱਤੇ ਗੌਰ ਕਰੋ, ਪਰ ਆਕਾਸ਼ ਵਿੱਚ ਇੱਕ ਪਰਮੇਸ਼ਰ ਹੈ। ਮੈਂ ਆਪਣੀ ਬਾਈਬਲ ਵਿੱਚ ਨੀਲੇ ਰੰਗ ਦੇ ਨਾਲ ਇਸ ਦੇ ਹੇਠਾਂ ਨਿਸ਼ਾਨ ਲਗਾਇਆ ਹੈ। ਸਵਰਗ ਵਿੱਚ, ਆਕਾਸ਼ ਵਿੱਚ ਇੱਕ ਪਰਮੇਸ਼ਰ ਹੈ। ਅਸਲ ਵਿੱਚ ਦੂਸਰੇ ਅਧਿਆਏ ਵਿੱਚ 3 ਵਾਰ ਇਸ ਦਾ ਜ਼ਿਕਰ ਆਉਂਦਾ ਹੈ। ਆਕਾਸ਼ ਦਾ ਪਰਮੇਸ਼ਰ, ਇਹ ਪਰਮੇਸ਼ਰ ਦਾ ਅਧਿਕਾਰ ਦਾ ਜ਼ਿਕਰ ਕਰਨ ਦੇ ਲਈ ਇਸਤੇਮਾਲ ਕੀਤਾ ਗਿਆ ਹੈ। 18 ਐਤ, 19 ਐਤ, 28 ਐਤ, 37 ਐਤ ਅਤੇ 44 ਐਤਾਂ ਵਿੱਚ ਅਸੀਂ ਇਸੇ ਤਰ੍ਹਾਂ ਪੜ੍ਹਦੇ ਹਾਂ, ਆਕਾਸ਼ ਦਾ ਪਰਮੇਸ਼ਵਰ। ਅਸਲ ਵਿੱਚ ਦੂਸਰੇ ਅਧਿਆਏ ਦੀ 44 ਐਤ ਨੂੰ ਧਿਆਨ ਨਾਲ ਪੜ੍ਹੋ। ਇਸ ਵਿੱਚ ਪਰਮੇਸ਼ਰ ਨੂੰ ਮਹਾ ਪਰਮੇਸ਼ਰ ਆਖਿਆ ਗਿਆ ਹੈ। 47 ਐਤ ਵਿੱਚ ਉਸ ਨੂੰ ਦਿਉਤਾਂ ਦਾ ਪਰਮੇਸ਼ਰ ਆਖਿਆ ਗਿਆ ਹੈ ਅਤੇ 37 ਐਤ ਜੋ ਕਿ 4 ਅਧਿਆਏ ਦੀ ਹੈ, ਉਸ ਨੂੰ ਆਕਾਸ਼ ਦਾ ਰਾਜਾ ਕਰਕੇ ਆਖਿਆ ਗਿਆ ਹੈ। ਦਾਨੀਏਲ ਦੀ ਪੁਸਤਕ ਪਰਮੇਸ਼ਰ ਦਾ ਅਧਿਕਾਰ ਦਾ ਇੱਕ ਉੱਚ ਅਤੇ ਬਹੁਤ ਹੀ ਸੌੜਾ ਨਜ਼ਰੀਆ ਹੈ। ਇਸ ਕਿਤਾਬ ਵਿੱਚ ਵਚਨ ਆਖਦਾ ਹੈ ਕਿ ਆਕਾਸ਼ ਦਾ ਇੱਕ ਪਰਮੇਸ਼ਰ ਹੈ, ਉਹ ਮਹਾ ਪਰਮੇਸ਼ਰ ਹੈ, ਉਹ ਦੇਵਤਿਆਂ ਦਾ ਪਰਮੇਸ਼ਰ ਹੈ ਅਤੇ ਇਹ ਕਿ ਉਹ ਆਕਾਸ਼ ਦਾ ਰਾਜਾ ਹੈ। ਪਰ ਮੈਂ ਚਾਹੁੰਦਾ ਹਾਂ ਕਿ ਆਪ 4ਥੇ ਅਧਿਆਏ ਵਿੱਚ ਦੂਸਰੀ ਮੁੱਖ ਐਤ ਉੱਤੇ ਵੀ ਗੌਰ ਕਰੋ ਜੋ ਇਸ ਨੂੰ ਇਕੱਠਿਆਂ ਜੋੜਦੀ ਹੈ, ਜੋ ਕਿ ਆਕਾਸ਼ ਦਾ ਪਰਮੇਸ਼ਰ ਮੇਰਾ ਅਤੇ ਆਪ ਦੇ ਲਈ ਕਰਨ ਦੇ ਲਈ ਆਪਣੇ ਕੋਲ ਰੱਖਦਾ ਹੈ। 4 ਅਧਿਆਏ ਦੀ 25 ਐਤ ਇਸ ਐਤ ਦੇ ਆਖਰ ਵਿੱਚ ਆਖਦੀ ਹੈ, ਹੇ ਰਾਜਨ, ਉਹਦਾ ਅਰਥ ਹੈ ਅਤ ਮਹਾਨ ਦਾ ਹੁਕਮ ਜੋ ਮਹਾਰਾਜਾ ਮੇਰੇ ਪ੍ਰਿਥਵੀ ਨਾਥ ਲਈ ਹੋਇਆ ਹੈ। ਇਹੋ ਹੀ ਹੈ ਆਕਾਸ਼ ਦਾ ਪਰਮੇਸ਼ਰ ਇੱਕ ਹੈ। ਮਹਾ ਅਤ ਉੱਚਾ ਪਰਮੇਸ਼ਰ ਮਨੁੱਖ ਦੇ ਪਾਤਸ਼ਾਹਾਂ ਤੇ ਰਾਜ ਕਰਦਾ ਹੈ ਅਤੇ ਜਿਸ ਨੂੰ ਉਹ ਚਾਹੁੰਦਾ ਹੈ ਉਸ ਨੂੰ ਉਹ ਦੇ ਦਿੰਦਾ ਹੈ। ਇਸ ਨੂੰ ਕਈ ਵਾਰ ਬਿਆਨ ਕੀਤਾ ਗਿਆ ਹੈ। ਆਓ ਅਸੀਂ ਉਹਨਾਂ ਵਿੱਚੋਂ ਕੁਝ ਕੁ ਦੇ ਬਾਰੇ ਗੌਰ ਕਰੀਏ, ਕਿਉਂਕਿ ਅਸੀਂ ਅਕਸਰ ਉਹਨਾਂ ਦਾ ਸਾਹਮਣਾ ਕਰਾਂਗੇ
ਜਦੋਂ ਅਸੀਂ ਇਸ ਪੁਸਤਕ ਦਾ ਅਧਿਐਨ ਕਰਨ ਜਾ ਰਹੇ ਹਾਂ। ਪਹਿਲਾ ਅਧਿਆਇ ਵਿੱਚ ਪਹਿਲੇ 2 ਆਇਤਾਂ ਦੇ ਬਚਨ ਇਸ ਤਰ੍ਹਾਂ ਹਨ। ਯਹੂਦਾ ਦੇ ਰਾਜਾ ਯਹੋਯਕੀਮ ਦੇ ਰਾਜ ਦੇ ਤੀਜੇ ਬਰੇ ਵਿੱਚ ਬਾਬਲ ਦਾ ਰਾਜਾ ਨਬੂਕਦਨਜ਼ਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰਕੇ ਉਹਦੇ ਆਲੇ ਦੁਆਲੇ ਘੇਰਾ ਪਾਇਆ, ਔਰ ਪ੍ਰਭੂ ਨੇ ਯਹੂਦਾ ਦੇ ਰਾਜਾ ਯਹੋਯਕੀਮ ਨੂੰ ਅਤੇ ਪਰਮੇਸ਼ਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ, ਅਤੇ ਉਹ ਉਹਨਾਂ ਨੂੰ ਸ਼ਿਨਿਆਰ ਦੀ ਧਰਤੀ ਵਿੱਚ ਆਪਣੇ ਦਿਉਤੇ ਦੇ ਘਰ ਵਿੱਚ ਲੈ ਗਿਆ, ਅਤੇ ਉਹ ਭਾਂਡਿਆਂ ਨੂੰ ਆਪਣੇ ਦਿਉਤੇ ਦੇ ਭੰਡਾਰ ਵਿੱਚ ਲੈ ਆਇਆ। ਹੁਣ ਗੌਰ ਕਰੋ, ਅਗਲੀ ਐਤ ਆਖਦੀ ਹੈ, ਉਸ ਨੇ ਸ਼ਹਿਰ ਉੱਤੇ ਕਬਜ਼ਾ ਕੀਤਾ, ਉਸ ਨੇ ਸ਼ਹਿਰ ਨੂੰ ਲੈ ਲਿਆ ਨਹੀਂ। ਅਗਲੀ ਐਤ ਆਖਦੀ ਹੈ, ਯਹੋਵਾ ਨੇ ਯਹੂਦਾ ਦੇ ਰਾਜਾ ਯਹੋਯਕੀਮ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ। ਨਬੂਕਦਨਜ਼ਰ ਨੇ ਸੋਚਿਆ ਸੀ ਕਿ ਉਸ ਨੇ ਇਸ ਸ਼ਹਿਰ ਉੱਤੇ ਕਬਜ਼ਾ ਕੀਤਾ ਸੀ। ਉਸ ਨੇ ਇਹ ਨਹੀਂ ਸੀ ਜਾਣਿਆ ਕਿ ਪਰਮੇਸ਼ਰ ਨੇ ਇਹ ਉਸ ਦੇ ਹੱਥ ਵਿੱਚ ਦਿੱਤਾ ਸੀ। ਇਹ ਪਰਮੇਸ਼ਰ ਨੇ ਕੀਤਾ ਸੀ, ਕਿਉਂਕਿ ਅਤ ਉੱਚਾ ਪਰਮੇਸ਼ਰ ਮਨੁੱਖਾਂ ਦੀਆਂ ਪਾਤਸ਼ਾਹੀਆਂ ਵਿੱਚ ਰਾਜ ਕਰਦਾ ਹੈ, ਅਤੇ ਜਿਸ ਨੂੰ ਉਹ ਚਾਹੁੰਦਾ ਹੈ ਉਸ ਨੂੰ ਦੇ ਦਿੰਦਾ ਹੈ। ਫਿਰ ਆਪਣੀਆਂ ਬਾਈਬਲਾਂ ਵਿੱਚ ਦੂਸਰੇ ਅਧਿਆਏ ਉਸ ਦੀ 37 ਐਤ ਦੇ ਵਚਨਾਂ ਕੋਲ ਆਓ। ਇੱਥੇ ਉਸ ਸੁਪਨੇ ਦਾ ਅਰਥ ਦਾਨੀਏਲ ਦੇ ਦੁਆਰਾ ਕੀਤਾ ਜਾ ਰਿਹਾ ਹੈ। ਉਹ ਇਸ ਅਰਥ ਨੂੰ ਰਾਜਾ ਅੱਗੇ ਬਿਆਨ ਕਰ ਰਿਹਾ ਹੈ, ਅਤੇ ਉਹ ਇਸ ਤਰ੍ਹਾਂ ਆਖਦਾ ਹੈ, ਹੇ ਮਹਾਰਾਜਾ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ, ਜਿਹਨੂੰ ਆਕਾਸ਼ ਦੇ ਪਰਮੇਸ਼ਰ ਨੇ ਰਾਤ ਤੇ ਸ਼ਕਤੀ ਤੇ ਬਲ ਤੇ ਤੇਜ ਦਿੱਤਾ ਹੈ। ਉਹ ਨਬੂਕਦਨਜ਼ਰ, ਉਹ ਭ੍ਰਸ਼ਟ ਸ਼ਾਹ ਰਾਜਾ ਬਾਬਲ ਦੀ ਰਾਜਗੱਦੀ ਉੱਤੇ ਕਿਵੇਂ ਬੈਠਾ ਸੀ? ਜੀ ਹਾਂ, ਇਹ ਤਾਂ ਬਹੁਤ ਸਰਲ ਹੈ। ਸਵਰਗ ਦਾ ਜਾਂ ਆਕਾਸ਼ ਦੇ ਪਰਮੇਸ਼ਰ ਨੇ ਉਸ ਨੂੰ ਦਿੱਤਾ ਸੀ। ਅਤ ਉੱਚੇ ਪਰਮੇਸ਼ਰ ਜੋ ਮਨੁੱਖਾਂ ਦੀਆਂ ਪਾਤਸ਼ਾਹੀਆਂ ਵਿੱਚ ਰਾਜ ਕਰਦਾ ਹੈ, ਉਸ ਨੇ ਉਸ ਨੂੰ ਰਾਜਗੱਦੀ ਉੱਤੇ ਬਿਠਾਇਆ ਸੀ। ਉਸ ਨੇ ਇਹ ਕੀਤਾ ਸੀ, ਉਹੀ ਇਸ ਦੇ ਲਈ ਜ਼ਿੰਮੇਵਾਰ ਸੀ। ਆਪਣੀਆਂ ਬਾਈਬਲਾਂ ਵਿੱਚੋਂ ਦਾਨੀਏਲ ਨਬੀ ਦੀ ਪੁਸਤਕ 5 ਅਧਿਆਏ ਉਸ ਦੀ 18 ਐਤ ਦੇ ਬਚਨਾਂ ਨੂੰ ਇੱਕ ਹੋਰ ਉਦਾਹਰਨ ਦੇ ਲਈ ਖੋਲੋ। ਦਾਨੀਏਲ ਹੁਣ ਨਬੂਕਦਨਜ਼ਰ ਪੋਤੇ ਬਲੈਸ਼ਰ ਨਾਲ ਗੱਲ ਕਰ ਰਿਹਾ ਹੈ, ਅਤੇ ਉਹ ਆਖਦਾ ਹੈ, ਹੇ ਰਾਜਾ, ਅਤ ਮਹਾਨ ਪਰਮੇਸ਼ਰ ਨੇ ਨਬੂਕਦਨਜ਼ਰ ਤੇਰੇ ਪਿਤਾ ਨੂੰ ਰਾਜ, ਬਜ਼ੁਰਗੀ ਅਤੇ ਮਹਿਮਾ ਤੇ ਪ੍ਰਤਾਪ ਦਿੱਤਾ ਹੈ। ਉਹ ਬਲੈਸ਼ਰ ਨੂੰ ਆਖ ਰਿਹਾ ਹੈ, ਜੋ ਕਿ ਨਬੂਕਦਨਜ਼ਰ ਦਾ ਪੋਤਾ ਹੈ, ਕਿ ਉਸ ਦਾ ਬਾਬਾ ਜੋ ਕਿ ਮਹਾਨ ਤਾਨਾਸ਼ਾਹ ਰਾਜਾ ਬਾਬਲ ਉੱਤੇ ਰਾਜ ਕਰਦਾ ਸੀ। ਉਹ ਇਸ ਕਰਕੇ ਇਸ ਦਾ ਰਾਜਾ ਸੀ ਕਿਉਂਕਿ ਪਰਮੇਸ਼ਰ ਨੇ ਉਸ ਨੂੰ ਇਹ ਪਾਤਸ਼ਾਹੀ ਬਖਸ਼ੀ ਸੀ। 4 ਅਧਿਆਏ ਉਸ ਦੀ 17 ਐਤ ਦੇ ਵਚਨ ਕੋਲ ਵਾਪਸ ਆਓ। ਇਹ ਹੁਕਮ ਰੱਖਿਆ ਦੇ ਫੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਵਚਨਾਂ ਤੋਂ, ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ, ਅਤੇ ਜਿਸ ਨੂੰ ਉਹ ਚਾਹੁੰਦਾ ਹੈ ਉਹਨੂੰ ਉਹ ਦੇ ਦਿੰਦਾ ਹੈ, ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ। ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ। ਆਪ ਆਖਦੇ ਹੋ, ਕਿਵੇਂ? ਜੇਕਰ ਪਰਮੇਸ਼ਰ ਇਸ ਸਭ ਦੇ ਉੱਤੇ ਇਖਤਿਆਰ ਰੱਖਣ ਵਾਲਾ ਹੈ, ਤਦ ਕਿਵੇਂ ਨਬੂਕਦਨਜ਼ਰ ਰਾਜਗੱਦੀ ਉੱਤੇ ਬੈਠਾ ਸੀ? ਜੀ ਹਾਂ, ਕਦੇ-ਕਦੇ ਪਰਮੇਸ਼ਰ ਸਭ ਤੋਂ ਨੀਵੇਂ ਆਦਮੀ ਨੂੰ ਵੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਇਸਤੇਮਾਲ ਕਰਦਾ ਹੈ। ਇਸ ਪੁਸਤਕ ਵਿੱਚ ਕੁਝ ਬਾਅਦ ਵਿੱਚ ਅਸੀਂ ਧਿਆਨ ਕਰਨ ਜਾ ਰਹੇ ਹਾਂ ਇੱਕ ਮਨੁੱਖ ਦੇ ਬਾਰੇ, ਜਿਸ ਦਾ ਨਾਮ ਫਾਰਸ ਦਾ ਰਾਜਾ ਖੁਸਰੋ ਵਜੋਂ ਸੀ। ਬਾਈਬਲ ਬਾਣੀ ਯਸ਼ਾਇਆ ਨਬੀ ਦੀ ਪੁਸਤਕ 44 ਅਧਿਆਏ ਉਸ ਦੀ 28 ਐਤ ਦੇ ਬਚਨਾਂ ਵਿੱਚ ਆਖਦੀ ਹੈ ਕਿ ਖੁਸਰੋ ਫਾਰਸ ਦਾ ਦੁਸ਼ਟ ਰਾਜਾ ਪਰਮੇਸ਼ਰ ਦਾ ਇਆਲੀ ਸੀ। ਉਹ ਪਰਮੇਸ਼ਰ ਦੇ ਬਾਰੇ ਕੁਝ ਵੀ ਬਿਲਕੁਲ ਵੀ ਨਹੀਂ ਸੀ ਜਾਣਦਾ, ਬਲਕਿ ਉਹ ਤਾਂ ਇੱਕ ਔਜ਼ਾਰ ਸੀ। ਉਹ ਤਾਂ ਪਰਮੇਸ਼ਰ ਦੇ ਯੁੱਧ ਦਾ ਇੱਕ ਹਥਿਆਰ ਸੀ। ਜੇਕਰ ਆਪ ਇਸ ਨੂੰ ਇਸ ਤਰ੍ਹਾਂ ਆਖਣ ਦੀ ਖੁਆਇਸ਼ ਰੱਖਦੇ ਹੋ, ਦਾਨੀਏਲ ਦੀ ਪੁਸਤਕ 2 ਅਧਿਆਏ 20 ਐਤ ਦੇ ਵਚਨਾਂ ਵੱਲ ਆਓ। ਦਾਨੀਏਲ ਨੇ ਉੱਤਰ ਦੇ ਕੇ ਆਖਿਆ, ਪਰਮੇਸ਼ਰ ਦਾ ਨਾਮ ਸਦਾ ਤਾਈਂ ਮੁਬਾਰਕ ਹੋਵੇ, ਕਿਉਂ ਜੋ ਬੁੱਧ ਤੇ ਸ਼ਕਤੀ ਉਸੇ ਦੀ ਹੈ। ਆਪ ਆਖਦੇ ਹੋ, ਹੇ ਦਾਨੀਏਲ, ਤੂੰ ਸਾਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਅਤੇ ਦਾਨੀਏਲ ਤੁਹਾਨੂੰ ਇਸ ਤਰ੍ਹਾਂ ਆਖੇਗਾ, ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇੱਕ ਪਰਮੇਸ਼ਰ ਦੇ ਜਨ ਵਜੋਂ ਮੈਂ 4 ਰਾਜਿਆਂ ਦੇ ਰਾਜਕਾਲ ਦੇ ਦੌਰਾਨ ਜਿਉਂਦਾ ਰਹਾ ਸੀ। ਮੈਂ ਬਲੈਸ਼ਰ, ਨਬੂਕਦਨਜ਼ਰ, ਦਾਰਾ ਅਤੇ ਖੁਸਰੂ ਫਾਰਸ ਦੇ ਰਾਜਕਾਲ ਦੇ ਦੌਰਾਨ ਰਿਹਾ ਸੀ। 60 ਸਾਲਾਂ ਦੇ ਲੰਬੇ ਅਰਸੇ ਦੇ ਲਈ ਮੈਂ ਰਾਜੇ ਨੂੰ ਖੜੇ ਹੁੰਦਿਆਂ ਅਤੇ ਪਾਤਸ਼ਾਹੀਆਂ ਨੂੰ ਡਿੱਗਦਾ ਵੇਖਿਆ ਸੀ। ਮੈਂ ਤੁਹਾਨੂੰ ਇਹ ਦੱਸਣ ਦੀ ਖੁਆਇਸ਼ ਰੱਖਦਾ ਹਾਂ ਕਿ ਇਸ ਸਭ ਦੇ ਦੌਰਾਨ ਇੱਕ ਬਣੀ ਰਹਿਣ ਵਾਲੀ ਚੀਜ਼ ਸੀ ਜਿਸ ਤੋਂ ਆਪ ਇਨਕਾਰ ਨਹੀਂ ਸੀ ਕਰ ਸਕਦੇ, ਅਤੇ ਉਹ ਇਹ ਹੈ ਕਿ ਆਕਾਸ਼ ਦਾ ਇੱਕ ਪਰਮੇਸ਼ਰ ਹੈ ਜੋ ਮਨੁੱਖਾਂ ਦੀਆਂ ਪਾਤਸ਼ਾਹੀਆਂ ਵਿੱਚ ਰਾਜ ਕਰਦਾ ਹੈ, ਅਤੇ ਉਸ ਦਾ ਇਸ ਦੇ ਉੱਤੇ ਇਖਤਿਆਰ ਹੈ। ਆਪ ਉਹਨੂੰ ਆਖਦੇ ਹੋ, ਪਾਸਟਰ ਜਰਮੀਆ, ਅਸੀਂ ਰੂੜੀਵਾਦੀ ਲੋਕ, ਅਸੀਂ ਤੰਗਰ ਵਿੱਚ ਆਪਣੇ ਰਾਸ਼ਟਰਪਤੀ ਨੂੰ ਚੁਣਦੇ ਹਾਂ। ਨਹੀਂ, ਆਪ ਇਸ ਤਰ੍ਹਾਂ ਨਹੀਂ ਕਰਦੇ। ਪਰਮੇਸ਼ਰ ਹੈ ਜੋ ਉਸ ਨੂੰ ਉੱਥੇ ਨਿਯੁਕਤ ਕਰਦਾ ਹੈ। ਪਰਮੇਸ਼ਰ ਵੀ ਹੈ ਜੋ ਆਪਣੇ ਸਨਮੁਖ ਕਿਸੇ ਨੂੰ ਵੀ ਨਿਯੁਕਤ ਕਰਦਾ ਹੈ।
ਮੈਂ ਹਮੇਸ਼ਾ ਇਸ ਨੂੰ ਨਹੀਂ ਸਮਝ ਸਕਦਾ ਜੋ ਕਿ ਪਰਮੇਸ਼ਰ ਕਰਦਾ ਹੈ, ਪਰ ਮੈਂ ਤਾਂ ਬਸ ਇਹ ਜਾਣਦਾ ਹਾਂ ਕਿ ਉਹੀ ਉਹ ਕਰਦਾ ਹੈ। ਉਹ ਦਾਨੀਏਲ ਸਾਨੂੰ ਕੀ ਸਿਖਾਵੇਗਾ ਜੇਕਰ ਅਸੀਂ ਇਸ ਦਾ ਅਧਿਐਨ ਸਹੀ ਤਰੀਕੇ ਨਾਲ ਨਹੀਂ ਕਰਾਂਗੇ। ਉਹ ਇਹ ਸਿਖਾਵੇਗਾ ਇਸ ਜਗਤ ਦੀਆਂ ਪਾਤਸ਼ਾਹੀਆਂ ਜਾਂਦੀਆਂ ਰਹਿੰਦੀਆਂ ਹਨ ਅਤੇ ਆਕਾਸ਼ ਦੀ ਸਵਰਗ ਦੀ ਪਾਤਸ਼ਾਹੀ ਗਰਜਣ ਵਾਲੀ ਹੈ ਅਤੇ ਸਾਰੇ ਜਗਤ ਦੇ ਅੰਦਰ ਅਤ ਮਹਾਨ ਪਰਮੇਸ਼ਰ ਰਾਜ ਕਰਦਾ ਹੈ। ਮੈਂ ਨਹੀਂ ਜਾਣਦਾ ਜੇਕਰ ਆਪ ਇਸ ਨੂੰ ਵਿਵਹਾਰਿਕ ਤੌਰ ਤੇ ਇਸ ਦੇ ਲਾਗੂ ਕੀਤੇ ਜਾਣ ਨੂੰ ਸੰਭਾਲ ਸਕੋ, ਪਰ ਮੈਂ ਤੁਹਾਨੂੰ ਦੱਸਣ ਦੀ ਖੁਆਇਸ਼ ਰੱਖਦਾ ਹਾਂ ਕਿ ਇਹ ਮੇਰੇ ਲਈ ਕੀ ਕਰਦਾ ਹੈ। ਜਿਉਂ-ਜਿਉਂ ਮੈਂ ਇਸ ਪੁਰਾਣੇ ਜਗਤ ਨੂੰ ਆਪਣੇ ਧੁਰੇ ਉੱਤੇ ਚੱਲਦਾ ਅਤੇ ਘੁੰਮਦਾ ਵੇਖਦਾ ਹਾਂ ਅਤੇ ਉਸ ਸਾਰੇ ਪਾਗਲਪਨ ਨੂੰ ਜੋ ਕਿ ਹਰ ਥਾਂ ਉੱਤੇ ਚੱਲਦਾ ਜਾ ਰਿਹਾ ਹੈ, ਅਤੇ ਕਦੇ-ਕਦੇ ਮੈਂ ਲੋਕਾਂ ਨੂੰ ਇਹ ਆਖਦਿਆਂ ਸੁਣਦਾ ਹਾਂ ਕਿ ਜੇਕਰ ਕੋਈ ਇਸ ਤੋਂ ਪਰੇ ਕੀਤਾ ਜਾ ਸਕੇ, ਉਹ ਬਟਨ ਨੂੰ ਦਬਾ ਸਕੇ। ਜੀ ਹਾਂ, ਜੇਕਰ ਇਹ ਇਸ ਤਰ੍ਹਾਂ ਬਰਪਦਾ ਹੈ ਤਦ ਇਹ ਸਿਰਫ ਤਦ ਹੀ ਬਰਪੇਗਾ ਜੇਕਰ ਆਕਾਸ਼ ਦਾ ਪਰਮੇਸ਼ਰ ਇਸ ਨੂੰ ਬਰਪਣ ਦੇਵੇਗਾ, ਅਤੇ ਜੇਕਰ ਉਹ ਇਸ ਨੂੰ ਬਰਪਣ ਦਿੰਦਾ ਹੈ ਤਦ ਮੈਂ ਇੱਥੋਂ ਪਰੇ ਹੋਣ ਦੀ ਖੁਆਇਸ਼ ਰੱਖਦਾ ਹਾਂ। ਆਮੀਨ। ਮਸੀਹ ਹੁੰਦਿਆਂ ਹੋਇਆਂ ਸਾਨੂੰ ਇਸ ਜਗਤ ਵਿੱਚ ਜ਼ਰੂਰੀ ਕਾਰਜ ਕਰਦਿਆਂ ਇੱਧਰ ਉੱਧਰ ਨਹੀਂ ਭੱਜਣਾ ਪੈਣਾ। ਹਮੇਸ਼ਾ ਖੜੇ ਹੁੰਦਿਆਂ ਅਤੇ ਰਾਤ ਦੇ ਵਕਤ ਧਰਤੀ ਤੇ ਚੱਲਦਿਆਂ ਅਤੇ ਹੈਰਾਨ ਹੁੰਦਿਆਂ ਕੀ ਬਰਪਣ ਜਾ ਰਿਹਾ ਹੈ, ਕਿਉਂਕਿ ਆਕਾਸ਼ ਦਾ ਪਰਮੇਸ਼ਰ, ਉਹ ਸਰਬ ਉੱਚ ਪਰਮੇਸ਼ਰ ਮਨੁੱਖਾਂ ਦੀਆਂ ਪਾਤਸ਼ਾਹੀਆਂ ਵਿੱਚ ਰਾਜ ਕਰਦਾ ਹੈ। ਉਸ ਦਾ ਇਸ ਦੇ ਉੱਤੇ ਇਖਤਿਆਰ ਹੈ। ਉਸ ਦੇ ਸ਼ਾਸਨ ਦੇ ਬਾਰੇ ਇੱਕ ਗੱਲ ਮੈਂ ਦੱਸਣ ਦੀ ਖੁਆਇਸ਼ ਰੱਖਦਾ ਹਾਂ, ਅਤੇ ਉਹ ਇਹ ਹੈ, ਸਮੇਂ ਦੇ ਰਾਜ ਵਿੱਚ ਗੈਰ ਕੌਮਾਂ ਦੇ ਰਾਜ ਦੇ ਸਮਿਆਂ ਦੇ ਦੌਰਾਨ, ਜਦੋਂ ਕਿ ਬਾਬਲ ਦੀ ਪਾਤਸ਼ਾਹੀ ਆਪਣੇ ਧੁੰਦਲੇਪਨ ਵਿੱਚ ਹੈ ਅਤੇ ਫਾਰਸ ਦੀ ਪਾਤਸ਼ਾਹੀ ਤੇ ਰੋਮੀ ਪਾਤਸ਼ਾਹੀ ਅਤੇ ਧਰਤੀ ਉਤਲੀਆਂ ਹੋਰ ਸਭ ਪਾਤਸ਼ਾਹੀਆਂ, ਉਹ ਵੀ ਸਭ ਮਨੁੱਖਾਂ ਦੀਆਂ ਕਮਜ਼ੋਰੀਆਂ ਦੀਆਂ ਉਦਾਹਰਨਾਂ ਹਨ ਅਤੇ ਮਨੁੱਖੀ ਸਰਕਾਰ ਦੇ ਖੋਖਲੇਪਨ ਦੀਆਂ, ਜੋ ਇਹ ਪ੍ਰਦਰਸ਼ ਕਰਦੀਆਂ ਹਨ ਕਿ ਸਿਰਫ ਇੱਕੋ ਹੀ ਪਾਤਸ਼ਾਹੀ ਦਾ ਪਾਤਸ਼ਾਹ ਹੈ ਜੋ ਕਦੇ ਰਾਜ ਕਰ ਸਕਦਾ ਹੈ ਅਤੇ ਹਮੇਸ਼ਾ ਵਾਸਤੇ ਰਾਜ ਕਰ ਸਕਦਾ ਹੈ, ਅਤੇ ਉਹ ਰਾਜਾ ਯਿਸੂ ਮਸੀਹ ਹੈ। ਇੱਕ ਦਿਨ ਉਹ ਇਸ ਉਥਲ-ਪੁਥਲ ਹੋਏ ਜਗਤ ਉੱਤੇ ਦੁਬਾਰਾ ਆ ਰਿਹਾ ਹੈ ਅਤੇ ਆਪਣੀ ਪਾਤਸ਼ਾਹੀ ਕਾਇਮ ਕਰਨ ਜਾ ਰਿਹਾ ਹੈ, ਅਤੇ ਫਿਰ ਇਹ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਹੋਵੇਗਾ ਜਿਸ ਤਰ੍ਹਾਂ ਦਾ ਹੁਣ ਹੈ। ਉਹ ਰਾਜ ਕਰੇਗਾ ਅਤੇ ਉਹ ਹਮੇਸ਼ਾ ਵਾਸਤੇ ਰਾਜ ਕਰੇਗਾ। ਜਦੋਂ ਅਸੀਂ ਦਾਨੀਏਲ ਨੂੰ ਉਸ ਸਮੇਂ ਦੇ ਖਲਬਲੀ ਦੇ ਦੌਰਾਨ ਤੱਕਦੇ ਹਾਂ, ਉਹ ਬਾਬਲ ਵਿੱਚ ਉਸ ਵਕਤ ਆਇਆ ਜਿਸ ਸਮੇਂ ਉਸ ਦੀ ਉਮਰ ਕਰੀਬ 16 ਸਾਲ ਦੀ, ਅਤੇ ਉਹ ਸਾਰੀ ਅਸੀਰੀ ਦੇ ਦੌਰਾਨ ਲਗਭਗ 70 ਸਾਲ ਉੱਥੇ ਗਿਆ, ਜਦੋਂ ਤੱਕ ਉਹ 80 ਸਾਲਾਂ ਦੀ ਉਮਰ ਦਾ ਨਹੀਂ ਸੀ ਹੋ ਗਿਆ। ਉਹ ਬਾਬਲ ਦੀ ਪਾਤਸ਼ਾਹੀ ਵਿੱਚ ਇੱਕ ਸ਼ਾਸਕ ਸੀ ਅਤੇ ਉਹ ਰਾਜਿਆਂ ਦੀ ਪਾਤਸ਼ਾਹੀ ਵਿੱਚ ਇੱਕ ਸ਼ਾਸਕ ਸੀ। ਫਾਰਸੀ ਪਾਤਸ਼ਾਹੀ ਵਿੱਚ ਵੀ ਇਹ ਉਹਨਾਂ ਸਾਰੇ ਰਾਜਵੰਸ਼ ਵਿੱਚ ਵੀ ਸਿਖਰ ਉੱਤੇ ਸੀ, ਅਤੇ ਉਸ ਨੇ ਇਹ ਵੇਖਿਆ ਕਿ ਪਰਮੇਸ਼ਰ ਕੀ ਕਰ ਰਿਹਾ ਸੀ। ਮਿਸਾਲ ਵਜੋਂ ਉਸ ਨੇ ਪਰਮੇਸ਼ਰ ਨੂੰ ਉਸ ਬਜ਼ੁਰਗ ਨਬੂਕਦਨਜ਼ਰ ਉੱਤੇ ਕਾਰਜਸ਼ੀਲ ਹੁੰਦੇ ਵੇਖਿਆ ਸੀ। ਨਬੂਕਦਨਜ਼ਰ ਇੱਕ ਨਿਰਦਈ ਰਾਜਾ ਸੀ, ਜੋ ਕਿ ਨਪੋਲੀਅਨ, ਹਿਟਲਰ, ਟਾਇਟਨ, ਇਹਨਾਂ ਸਾਰੇ ਵਰਗਾਂ ਨਿਰਦਈ ਇੱਕੋ ਹੀ ਰਾਜਾ ਸੀ। ਉਹ ਇੱਕ ਜ਼ਾਲਮ ਹਾਕਮ ਸੀ। ਉਹ ਇੱਕ ਭਿਆਨਕ ਮਨੁੱਖ ਸੀ। 3 ਅਧਿਆਏ ਉਸ ਦੀ 19 ਐਤ ਵਿੱਚ ਅਸੀਂ ਇਸ ਬਾਰੇ ਇੱਕ ਛੋਟੀ ਜਿਹੀ ਜਾਣਕਾਰੀ ਪਾਉਂਦੇ ਹਾਂ। ਆਓ ਅਸੀਂ ਇਸ ਨੂੰ ਪੜ੍ਹਦੇ ਹਾਂ। ਅਤੇ ਉਸ ਬਜ਼ੁਰਗੀ ਦੇ ਕਾਰਨ ਜੋ ਉਸ ਨੇ ਤਿਸ ਨੂੰ ਦਿੱਤੀ, ਸਾਰੇ ਲੋਕ ਅਤੇ ਕੌਮ ਅਤੇ ਭਾਖਿਆ ਉਹਦੇ ਸਾਹਮਣੇ ਕੰਬੀਆਂ ਅਤੇ ਡਰੀਆਂ। ਜਿਹਨੂੰ ਚਾਹਿਆ ਉਹ ਉਸ ਨੂੰ ਜਿਉਂਦਾ ਛੱਡਿਆ, ਜਿਹਨੂੰ ਚਾਹਿਆ ਉਸ ਨੇ ਵਧਾਇਆ ਅਤੇ ਜਿਹਨੂੰ ਚਾਹਿਆ ਉਸ ਨੂੰ ਘਟਾਇਆ। ਦੂਸਰੇ ਸ਼ਬਦਾਂ ਵਿੱਚ ਨਬੂਕਦਨਜ਼ਰ ਇਸ ਕਿਸਮ ਦਾ ਵਿਅਕਤੀ ਸੀ, ਜੇਕਰ ਉਸ ਨੇ ਸਾਨੂੰ ਪਸੰਦ ਨਹੀਂ ਕੀਤਾ ਤਦ ਅਸੀਂ ਖਤਮ ਹੋ ਚੁੱਕੇ। ਉਹ ਸਾਨੂੰ ਮਾਰ ਮੁਕਾਏਗਾ। ਜੇਕਰ ਉਹ ਤੁਹਾਨੂੰ ਪਸੰਦ ਕਰੇ, ਹੋ ਸਕਦਾ ਹੈ ਉਹ ਤੁਹਾਨੂੰ ਤਰੱਕੀ ਬਖਸ਼ੇ। ਉਸ ਨੇ ਉਸਦੇ ਰਾਜ ਵਿੱਚ ਮਨਮੌਜ ਦੇ ਆਧਾਰ ਉੱਤੇ ਰਾਜ ਕੀਤਾ। ਉਹ ਇੱਕ ਸ਼ਕਤੀਸ਼ਾਲੀ ਮਨੁੱਖ ਸੀ ਅਤੇ ਉਸ ਦੇ ਸਮੇਂ ਦੇ ਸਾਰੇ ਮਨੁੱਖ ਤੇ ਔਰਤਾਂ ਉਸ ਤੋਂ ਡਰਦੇ ਸਨ। ਇੱਥੋਂ ਤੱਕ ਕਿ ਇੱਕ ਮਹਾਨ ਆਗੂ ਦੇ ਹੋਣ ਵਜੋਂ ਵੀ ਉਹ ਉਸ ਤੋਂ ਡਰਦੇ ਸਨ। ਮੈਂ ਆਪ ਨੂੰ ਕੁਝ ਦੱਸਣ ਦੀ ਖੁਆਇਸ਼ ਰੱਖਦਾ ਹਾਂ। ਪਰਮੇਸ਼ਰ ਨੇ ਨਬੂਕਦਨਜ਼ਰ ਦੇ ਨਾਲ ਨਿਪਟਿਆ, ਅਤੇ ਜਦੋਂ ਬਾਈਬਲ ਬਾਣੀ ਦੇ ਇਸ ਭਾਗ ਵਿੱਚ ਅਗਲੀ ਵਾਰ ਆਪ ਇਸ ਨੂੰ ਤੱਕਦੇ ਹੋ, ਤਦ ਆਪ ਉਸ ਨੂੰ ਇੱਕ ਦਿਹਾਤੀ ਇਲਾਕੇ ਵਿੱਚ ਇਸ ਦੇ ਹੱਥ ਤੇ ਗੋਡਿਆਂ ਭਰਨੇ ਹੋ ਕੇ ਇੱਕ ਬਲਦ ਦੀ ਤਰ੍ਹਾਂ ਘਾਹ ਖਾਂਦਿਆਂ ਦੇਖਦੇ ਹੋ, ਜਦੋਂ ਕਿ ਆਕਾਸ਼ ਦੀ ਤਰੇਲ ਉਸ ਦੀ ਦੇਹ ਉੱਤੇ ਪਈ ਹੋਵੇਗੀ। ਉਹ ਤਾਂ ਠੀਕ ਇੱਕ ਜਾਨਵਰ ਤੱਕ ਭ੍ਰਸ਼ਟ ਕੀਤਾ ਗਿਆ। ਅਸਲ ਵਿੱਚ ਪਰਮੇਸ਼ਰ ਨੇ ਉਸ ਉੱਤੇ ਇੱਕ ਅਜਿਹਾ ਕਾਰਜ ਕੀਤਾ ਜਿਸ ਨੂੰ ਅਸੀਂ ਕੁਝ ਹੀ ਪਲਾਂ ਵਿੱਚ ਵੇਖਣ ਜਾ ਰਹੇ ਹਾਂ ਕਿ ਉਸ ਨੇ ਉਸ ਨੂੰ ਕਰੀਬ ਕਿੱਦਾਂ ਕੀਤਾ ਗਿਆ ਸੀ। ਅਤੇ ਫਿਰ ਉਸ ਦਾ ਪੋਤਾ ਬਲੈਸ਼ਰ, ਉਹਦੀ ਸਮੱਸਿਆ ਉਹ ਨਹੀਂ ਸੀ ਜੋ ਨਬੂਕਦਨਜ਼ਰ ਦੀ ਸੀ। ਨਬੂਕਦਨਜ਼ਰ ਦੀ ਸਮੱਸਿਆ ਘਮੰਡ ਸੀ।
ਬਲੈਸਰ ਦੀ ਸਮੱਸਿਆ ਪੂਰਵ ਧਾਰਨਾ ਸੀ। 5 ਅਧਿਆਏ 23 ਐਤ ਵਿੱਚ ਵੀ ਅਸੀਂ ਉਸ ਦੇ ਬਾਰੇ ਪੜ੍ਹਦੇ ਹਾਂ। ਸਗੋਂ ਆਕਾਸ਼ ਦੇ ਪ੍ਰਭੂ ਦੇ ਸਨਮੁਖ ਆਪਣੇ ਆਪ ਨੂੰ ਅਕੜਾਇਆ ਅਤੇ ਉਹਦੇ ਘਰ ਦੇ ਭਾਂਡੇ ਉਹ ਤੇਰੇ ਅੱਗੇ ਲਿਆਏ ਅਤੇ ਤੈਂ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਔਰ ਆਪਣੀਆਂ ਰਖੀਲੀਆਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ ਅਤੇ ਤੈਂ ਚਾਂਦੀ ਔਰ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਔਰ ਪੱਥਰ ਦੇ ਦੇਵਤਿਆਂ ਦੇ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਹੀ ਜਾਣਦੇ ਹਨ, ਉਹਨਾਂ ਦੀ ਵਡਿਆਈ ਕੀਤੀ ਅਤੇ ਉਸ ਪਰਮੇਸ਼ਰ ਦਾ ਜਿਹਦੇ ਹੱਥ ਵਿੱਚ ਤੇਰੇ ਦਮ ਅਤੇ ਤੇਰੇ ਸਾਹ ਹਨ, ਉਹਦਾ ਆਦਰ ਨਹੀਂ ਕੀਤਾ। ਇਹ ਤਾਂ ਨਾ ਵਿਸ਼ਵਾਸ ਕੀਤੇ ਜਾਣ ਦੇ ਯੋਗ ਹੈ। ਉਸਨੇ ਆਪਣੇ ਆਪ ਨੂੰ ਆਕਾਸ਼ ਦੇ ਪਰਮੇਸ਼ਰ ਦੇ ਵਿਰੁੱਧ ਉੱਚਾ ਕੀਤਾ। ਉਸਨੇ ਸੋਚਿਆ ਕਿ ਉਹ ਖੁਦ ਪਰਮੇਸ਼ਰ ਸੀ ਅਤੇ ਉਹ ਤਾਂ ਆਪਣੀ ਤੁਲਨਾ ਆਕਾਸ਼ ਦੇ ਪਰਮੇਸ਼ਰ ਨਾਲ ਕਰਨ ਲਈ ਬਹੁਤ ਹੀ ਪੂਰਨ ਧਾਰਨਾ ਰੱਖਣ ਵਾਲਾ ਸੀ। ਫਿਰ ਇੱਕ ਰਾਤ ਪਰਮੇਸ਼ਰ ਨੇ ਉਸ ਦੇ ਲਈ ਸੰਦੇਸ਼ ਭੇਜਿਆ। ਅਸਲ ਵਿੱਚ ਉਸਨੇ ਇਸ ਲਈ ਇਹ ਲਿਖਤ ਭੇਜਿਆ ਸੀ। ਅਸੀਂ ਉਸ ਦੇ ਬਾਰੇ ਇਸ ਅਧਿਆਏ ਦੇ ਆਖਰ ਵਿੱਚ ਪੜ੍ਹਦੇ ਹਾਂ ਕਿ ਉਹ ਮਰ ਗਿਆ ਸੀ। 30 ਐਤ। ਉਸੇ ਰਾਤ ਨੂੰ ਬਲੈਸ਼ਰ ਜੋ ਕਸਦੀਆਂ ਦਾ ਰਾਜਾ ਸੀ ਵੱਢਿਆ ਗਿਆ। ਇਸ ਤੋਂ ਬਾਅਦ 5 ਅਧਿਆਏ 31 ਐਤ ਦੇ ਵਚਨ ਵਿੱਚ ਦਾਰਾ ਮਾਦੀ ਦੇ ਬਾਰੇ ਪੜ੍ਹ ਸਕਦੇ ਹਾਂ ਅਤੇ 6 ਅਧਿਆਏ 28 ਐਤ ਦੇ ਵਚਨਾਂ ਵਿੱਚ ਖੁਸਰੂ ਬਾਰੇ ਜ਼ਿਕਰ ਕੀਤਾ ਗਿਆ ਹੈ। ਇਸ ਦੇ ਬਾਰੇ ਸੋਚੋ। ਦਾਨੀਏਲ ਨੇ ਪਰਮੇਸ਼ਰ ਨੂੰ ਇਹ ਸਭ ਕੁਝ ਕਰਦਿਆਂ ਤੱਕਿਆ ਸੀ। ਉਸਨੇ ਇਸ ਨੂੰ ਨਬੂਕਦਨਜ਼ਰ ਨਾਲ ਨਿਪਟਿਆ ਵੇਖਿਆ ਸੀ। ਜਦੋਂ ਉਹ ਉਸ ਨਾਲ ਨਿਪਟ ਚੁੱਕਾ ਤਦ ਪਰਮੇਸ਼ਰ ਨੇ ਬਲੈਸ਼ਰ ਨੂੰ ਲਿਆਂਦਾ ਅਤੇ ਪਰਮੇਸ਼ਰ ਨੇ ਉਸ ਦੇ ਨਾਲ ਵੀ ਨਿਪਟਿਆ। ਅਤੇ ਜਦੋਂ ਉਹ ਜਾਂਦਾ ਰਿਹਾ ਤਦ ਅਸੀਂ ਕੀ ਵੇਖਦੇ ਹਾਂ ਕਿ ਹੁਣ ਦਾਰਾ ਮਾਦੀ ਆਉਂਦਾ ਹੈ ਅਤੇ ਪਰਮੇਸ਼ਰ ਉਸ ਦੇ ਨਾਲ ਨਿਪਟਿਆ ਹੈ। ਅਤੇ ਜਦੋਂ ਉਹ ਜਾਂਦਾ ਰਿਹਾ ਫਿਰ ਖੁਸਰੂ ਆਇਆ। ਅਸਲ ਵਿੱਚ ਇੱਥੇ ਸਮੁੱਚੀ ਬਾਈਬਲ ਇੱਕ ਪ੍ਰਭਾਵਿਤ ਕਰਨ ਵਾਲਾ ਵਚਨ ਹੈ ਜੋ ਆਖਦਾ ਹੈ ਦਾਨੀਏਲ ਖੁਸਰੂ ਦੇ ਪਹਿਲੇ ਵਰ੍ਹੇ ਤੱਕ ਜਿਉਂਦਾ ਰਹਾ। ਦੂਸਰੇ ਸ਼ਬਦਾਂ ਵਿੱਚ ਉਸਨੇ ਆਪਣੀ ਸ਼ੁਰੂਆਤ ਕਾਫੀ ਸਮੇਂ ਪਹਿਲਾਂ ਬਾਬਲ ਦੇ ਰਾਜ ਵਿੱਚ ਕੀਤੀ ਸੀ, ਜਦੋਂ ਇੱਕ ਗੁਲਾਮ ਦੇ ਵਜੋਂ ਅਸਪੰਜ ਦੇ ਅਧੀਨ ਰਾਜੇ ਦੇ ਇੱਕ ਖੁਸਰੇ ਵਜੋਂ ਆਇਆ ਸੀ ਅਤੇ ਉਸਨੇ ਇਸਰਾਈਲ ਲੋਕਾਂ ਦੀ 70 ਸਾਲ ਦੀ ਗੁਲਾਮੀ ਦੇ ਸਮੁੱਚੇ ਸਮੇਂ ਦੇ ਦੌਰਾਨ ਇਸ ਨੂੰ ਤੱਕਿਆ ਸੀ। ਅਤੇ ਸਭ ਦੇ ਦੌਰਾਨ ਇੱਕ ਰਾਜਾ ਆਇਆ ਅਤੇ ਚਲਾ ਗਿਆ ਅਤੇ ਫਿਰ ਰਾਜਾ ਆਇਆ, ਚਲਾ ਗਿਆ ਅਤੇ ਦਾਨੀਏਲ ਕਾਇਮ ਰਿਹਾ ਅਤੇ ਉਸਨੇ ਪਰਮੇਸ਼ਰ ਨੂੰ ਮਨੁੱਖਾਂ ਦੀਆਂ ਪਾਤਸ਼ਾਹੀਆਂ ਵਿੱਚ ਰਾਜ ਕਰਦੇ ਵੇਖਿਆ। ਉਸਨੇ ਇਹਨਾਂ ਦ੍ਰਿਸ਼ਾਂ ਦੇ ਪਿੱਛੇ ਉਹ ਸਭ ਦੇਖਿਆ ਜੋ ਪਰਮੇਸ਼ਰ ਕਰ ਰਿਹਾ ਸੀ। ਇਸ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਦੇ ਦੌਰਾਨ ਰਾਜੇ ਦੇ ਪਾਗਲਪਨ ਤੋਂ ਲੈ ਕੇ ਉਸ ਦੇ ਉੱਤਰਾਧਿਕਾਰੀ ਦੇ ਕਤਲ ਤੱਕ, ਉਹਨਾਂ ਘੁੰਮਣ ਵਾਲੀਆਂ ਸ਼ਾਸਨਾਂ ਦੇ ਦੌਰਾਨ ਅਤੇ ਉਹਨਾਂ ਈਰਖਾਂ ਅਤੇ ਗੁਪਤ ਯੋਜਨਾਵਾਂ ਅਤੇ ਸਤਾਏ ਜਾਣ ਦੇ ਦੌਰਾਨ ਇਹ ਮਨੁੱਖ ਦਾਨੀਏਲ ਬਹਾਏ ਜਾਣ ਵਾਲੇ ਰੇਤਿਆਂ ਦੇ ਵਿਚਕਾਰ ਇੱਕ ਸਤੰਭ ਦੀ ਤਰ੍ਹਾਂ ਖੜਾ ਹੋਇਆ ਸੀ, ਕਿਉਂਕਿ ਸਰਵ ਉੱਚ ਪਰਮੇਸ਼ਰ ਜੋ ਇਸ ਬ੍ਰਾਹਮਣ ਦਾ ਪਰਮੇਸ਼ਰ ਹੈ, ਉਹ ਉਸ ਦੇ ਦਿਲ ਅਤੇ ਉਸ ਦੇ ਜੀਵਨ ਦਾ ਸਰਵ ਉੱਚ ਪਰਮੇਸ਼ਰ ਸੀ। ਜਿਉਂ-ਜਿਉਂ ਅਸੀਂ ਇਸ ਪੁਸਤਕ ਦਾ ਅਧਿਐਨ ਕਰਦੇ ਹਾਂ, ਅਸੀਂ ਬਹੁਤ ਸਾਰੀਆਂ ਗੱਲਾਂ ਸਿੱਖਣ ਜਾ ਰਹੇ ਹਾਂ। ਅਸੀਂ ਭਵਿੱਖਬਾਣੀ ਨਾਲ ਸੰਬੰਧਿਤ ਗੱਲਾਂ ਵੇਖਣ ਜਾ ਰਹੇ ਹਾਂ ਜੋ ਸਾਨੂੰ ਹੈਰਾਨ ਕਰਨਗੀਆਂ। ਜਦੋਂ ਕਿ ਅਸੀਂ ਉਹਨਾਂ ਨੂੰ ਵਿਸਤਾਰ ਨਾਲ ਪੜ੍ਹਦੇ ਹਾਂ, ਅਸੀਂ ਇਸ ਬਾਰੇ ਇੱਕ ਨਜ਼ਰ ਮਾਰਨ ਜਾ ਰਹੇ ਹਾਂ ਕਿ ਕਿਵੇਂ ਪਰਮੇਸ਼ਰ ਨੇ ਅਦਭੁਤ ਤਰੀਕੇ ਦੇ ਨਾਲ ਅਤੇ ਇੱਕ ਕਰੀਬ-ਕਰੀਬ ਸੰਪੂਰਨ ਤਰੀਕੇ ਦੇ ਨਾਲ ਉਹਨਾਂ ਭਵਿੱਖਬਾਣੀਆਂ ਦੀਆਂ ਗੱਲਾਂ ਨੂੰ ਪੂਰਾ ਕੀਤਾ ਸੀ, ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ। ਅਸੀਂ ਭਵਿੱਖਬਾਣੀ ਵੱਲ ਤੱਕਣ ਜਾ ਰਹੇ ਹਾਂ ਜੋ ਸਾਨੂੰ ਅੱਗੇ ਭਵਿੱਖ ਵਿੱਚ ਲਿਜਾਂਦੀ ਹੈ ਅਤੇ ਆਉਣ ਵਾਲੀਆਂ ਗੱਲਾਂ ਦੇ ਬਾਰੇ ਸਾਨੂੰ ਦੱਸਦੀ ਹੈ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅਸੀਂ ਬਾਈਬਲ ਬਾਣੀ ਦੇ ਵਿੱਚੋਂ ਦਾਨੀਏਲ ਨਬੀ ਦੀ ਪੁਸਤਕ ਦੇ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਨਾਲ ਜਾਣ ਪਛਾਣ ਕੀਤੀ। ਅਸੀਂ ਜਾਣਿਆ ਕਿ ਬਾਈਬਲ ਦੀਆਂ ਸਭ ਤੋਂ ਵੱਧ ਜਾਣੀਆਂ ਪਛਾਣੀਆਂ ਕਹਾਣੀਆਂ ਵਿੱਚੋਂ ਕੁਝ ਕਹਾਣੀਆਂ ਦਾਨੀਏਲ ਦੀ ਪੁਸਤਕ ਦੇ ਵਿੱਚ ਪਾਈਆਂ ਜਾਂਦੀਆਂ ਹਨ। ਲੂਕਾ 21 ਅਧਿਆਇ ਦੀ 24 ਆਇਤ ਦੇ ਵਚਨ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਬੰਧੂਏ ਹੋ ਕੇ ਸਭ ਕੌਮਾਂ ਦੇ ਵਿੱਚ ਪਹੁੰਚਾਏ ਜਾਣਗੇ ਔਰ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਏਗਾ, ਜਦ ਤੀਕਰ ਪਰਾਈਆਂ ਕੌਮਾਂ ਦਾ ਸਮਾਂ ਪੂਰਾ ਨਾ ਹੋ ਜਾਏ। ਦਾਨੀਏਲ ਦੀ ਪੁਸਤਕ ਪਰਾਈ ਕੌਮਾਂ ਦੇ ਸਮਿਆਂ ਦੇ ਬਾਰੇ ਪੁਸਤਕ ਹੈ। ਦਾਨੀਏਲ ਪਰਾਈ ਕੌਮਾਂ ਦੇ ਸਮੇਂ ਦਾ ਇੱਕ ਨਬੀ ਹੈ। ਉਹ ਇੱਕ ਦਰਸ਼ਨ ਦੇ ਰੂਪ ਵਿੱਚ ਆਪਣੇ ਜ਼ਮਾਨੇ ਦੀਆਂ ਪਰਾਈਆਂ ਕੌਮਾਂ ਦੀਆਂ ਪਾਤਸ਼ਾਹੀਆਂ ਦੇ ਖੜੇ ਹੋਣ ਅਤੇ ਉਹਨਾਂ ਦੇ ਢਹਿ ਜਾਣ ਦੀ ਤਸਵੀਰ ਨੂੰ ਲਿਖਦਾ। ਦਾਨੀਏਲ ਇਸ ਜਗਤ ਦੀ ਭਵਿੱਖਬਾਣੀ ਦੇ ਕੈਲੰਡਰ ਨੂੰ
ਸਾਡੇ ਲਈ ਪੇਸ਼ ਕਰਦਾ ਹੈ। ਮਹਾਨ ਸਾਇੰਸਦਾਨ ਆਈਜ਼ਕ ਨਿਊਟਨ, ਜਿਨੇ ਗੁਰਤਵਾਕਰਸ਼ਣ ਦਾ ਸਿਧਾਂਤ ਦਿੱਤਾ ਸੀ, ਉਹ ਕਹਿੰਦਾ ਹੈ ਕਿ ਜੋ ਵੀ ਦਾਨੀਏਲ ਦੀ ਭਵਿੱਖਬਾਣੀਆਂ ਦੀ ਪੁਸਤਕ ਦਾ ਤਿਰਸਕਾਰ ਕਰਦਾ ਹੈ, ਉਹ ਤਾਂ ਇਸੇ ਤਰ੍ਹਾਂ ਕਰਦਾ ਹੈ ਜਿਵੇਂ ਕਿ ਉਹ ਮਸੀਹਤ ਨੂੰ ਹਲਕਾ ਕਰਕੇ ਲੈਂਦਾ ਹੈ, ਜੋ ਕਿ ਇੱਕ ਤਰ੍ਹਾਂ ਨਾਲ ਦਾਨੀਏਲ ਦੀਆਂ ਮਸੀਹ ਦੇ ਬਾਰੇ ਕੀਤੇ ਗਈਆਂ ਹੋਈਆਂ ਭਵਿੱਖਬਾਣੀਆਂ ਉੱਤੇ ਆਧਾਰਿਤ ਹੈ। ਦਾਨੀਏਲ ਦੀ ਪੁਸਤਕ ਦੀਆਂ ਮਹਾਨ ਭਵਿੱਖਬਾਣੀਆਂ ਤੋਂ ਇਨਕਾਰ ਕਰਨਾ ਅਤੇ ਉਹਨਾਂ ਨੂੰ ਇੱਕ ਪਾਸੇ ਰੱਖ ਦੇਣਾ ਸਾਨੂੰ ਆਉਣ ਵਾਲੀਆਂ ਘਟਨਾਵਾਂ ਨਾਲ ਸੰਬੰਧਿਤ ਵਚਨ ਦੇ ਗਿਆਨ ਤੋਂ ਵਾਂਝਾ ਕਰ ਦਿੰਦਾ ਹੈ। ਇੱਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਦਾਨੀਏਲ ਦੀ ਪੁਸਤਕ ਵਿਚਲੀਆਂ ਇਹ ਭਵਿੱਖਬਾਣੀਆਂ ਇੱਕ ਇਹੋ ਜਿਹੇ ਸਮੇਂ ਵਿੱਚ ਦਿੱਤੀਆਂ ਗਈਆਂ ਸਨ ਜਦੋਂ ਇਜ਼ਰਾਈਲ ਕੌਮ ਨੂੰ ਇੱਕ ਕੌਮ ਵਜੋਂ ਇੱਕ ਪਾਸੇ ਪਰਖਿਆ ਗਿਆ ਸੀ, ਜਦੋਂ ਪਰਾਈਆਂ ਕੌਮਾਂ ਦੇ ਸਮਿਆਂ ਦਾ ਆਰੰਭ ਹੋਇਆ ਸੀ ਅਤੇ ਉਹ ਅੰਤ ਤੱਕ ਪਹੁੰਚਣ ਵਾਲੀਆਂ ਸਦੀਆਂ ਦੀ ਇੱਕ ਲੰਬੀ ਝਾਂਕੀ ਪ੍ਰਦਾਨ ਕਰਦੀ ਹੈ। ਦਾਨੀਏਲ ਦੀ ਪੁਸਤਕ ਨਵੇਂ ਨੇਮ ਦੀ ਪ੍ਰਕਾਸ਼ ਦੀ ਪੁਸਤਕ ਦੀ ਕੁੰਜੀ ਹੈ ਅਤੇ ਜੋ ਕੋਈ ਵੀ ਬਾਈਬਲ ਦੀ ਪੁਸਤਕ ਨੂੰ ਸਮਝਣ ਦਾ ਉਦੇਸ਼ ਰੱਖਦਾ ਹੋਵੇ, ਜ਼ਰੂਰੀ ਹੈ ਕਿ ਉਹ ਦਾਨੀਏਲ ਦੀ ਪੁਸਤਕ ਦੇ ਵਿੱਚ ਬਹੁਤ ਸਾਰਾ ਸਮਾਂ ਬਤੀਤ ਕਰੇ। ਦਾਨੀਏਲ ਦੀ ਪੁਸਤਕ ਦੇ 1 ਤੋਂ ਲੈ ਕੇ 6 ਅਧਿਆਇਆਂ ਦੇ ਵਿੱਚ ਇਤਿਹਾਸ ਹੈ ਅਤੇ 7 ਤੋਂ ਲੈ ਕੇ 10 ਅਧਿਆਇਆਂ ਦੇ ਵਿੱਚ ਭਵਿੱਖਬਾਣੀਆਂ ਹਨ। ਕਿਸੇ ਨੇ ਇਸ ਬਾਰੇ ਠੀਕ ਹੀ ਕਿਹਾ ਹੈ ਕਿ 1 ਤੋਂ ਲੈ ਕੇ 6 ਅਧਿਆਇਆਂ ਦੇ ਵਿੱਚ ਦਾਨੀਏਲ ਰਾਜਿਆਂ ਦੇ ਅੱਗੇ ਪਰਮੇਸ਼ਰ ਦੇ ਭੇਤਾਂ ਨੂੰ ਪ੍ਰਗਟ ਕਰ ਰਿਹਾ ਸੀ ਅਤੇ 7 ਤੋਂ 10 ਅਧਿਆਇਆਂ ਦੇ ਵਿੱਚ ਸਵਰਗਦੂਤ ਦਾਨੀਏਲ ਦੇ ਅੱਗੇ ਪਰਮੇਸ਼ਰ ਦੇ ਭੇਤਾਂ ਨੂੰ ਪ੍ਰਗਟ ਕਰ ਰਹੇ ਸੀ। ਅਸੀਂ ਸਿੱਖਿਆ ਕਿ ਸਾਨੂੰ ਕੁਝ ਗੱਲਾਂ ਉੱਤੇ ਗੌਰ ਕਰਨਾ ਜ਼ਰੂਰੀ ਹੈ ਤਾਂ ਕਿ ਸਾਨੂੰ ਇਹ ਪਤਾ ਚੱਲੇ ਕਿ ਭਵਿੱਖਬਾਣੀਆਂ ਦੇ ਉੱਤੇ ਗੱਲਬਾਤ ਕਰਨਾ ਤਰਕਸੰਗਤ ਹੈ ਜਾਂ ਨਹੀਂ। ਅਸੀਂ ਸਿੱਖਿਆ ਕਿ ਸਾਨੂੰ ਪੁਸਤਕ ਦੀ ਪਰਖ ਕਰਨੀ ਚਾਹੀਦੀ ਹੈ। ਦਾਨੀਏਲ ਦੀ ਪੁਸਤਕ ਦੀ ਆਲੋਚਨਾ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ? ਅਸੀਂ ਸਿੱਖਿਆ ਕਿ ਇਸ ਦੇ ਲਈ ਜੋ ਪਹਿਲਾ ਕੰਮ ਸਾਨੂੰ ਕਰਨ ਦੀ ਲੋੜ ਹੈ ਉਹ ਹੈ ਉਸ ਦੇ ਕੁਝ ਸਮਕਾਲੀਨ ਲੋਕਾਂ ਦੀ ਗਵਾਹੀ ਦੀ ਖੋਜ ਕਰਨਾ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਸਾਨੂੰ ਬਾਈਬਲ ਉੱਤੇ ਆਧਾਰਿਤ ਖੋਜਾਂ ਦੀ ਗਵਾਹੀ ਦੀ ਖੋਜ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਅਸੀਂ ਸਿੱਖਿਆ ਕਿ ਸਾਨੂੰ ਵਰਤਮਾਨ ਖੋਜਾਂ ਦੀ ਗਵਾਹੀ ਦੀ ਖੋਜ ਕਰਨੀ ਚਾਹੀਦੀ ਹੈ। ਦੋਸਤੋ, ਉਮੀਦ ਕਰਦੇ ਹਾਂ ਸਾਡਾ ਅੱਜ ਦਾ ਅਧਿਐਨ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਵੇਗਾ ਅਤੇ ਇਸ ਤੋਂ ਤੁਹਾਨੂੰ ਬੜੀ ਆਸ਼ੀਸ਼ ਮਿਲੀ ਹੋਏਗੀ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਅੱਜ ਤੋਂ ਇੱਕ ਨਵੇਂ ਵਿਸ਼ੇ ਦੇ ਉੱਤੇ ਤੁਸੀਂ ਸਾਨੂੰ ਮੌਕਾ ਦਿੱਤਾ ਸਿੱਖਣ ਦਾ। ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ, ਇਹ ਇੱਕ ਮਹੱਤਵਪੂਰਨ ਔਰ ਬਹੁਤ ਡੂੰਘੀ ਕਿਤਾਬ ਹੈ। ਦਾਨੀਏਲ ਦੀ ਕਿਤਾਬ ਦਾ ਪ੍ਰਭੂ ਜੀ ਅਧਿਐਨ ਸੱਚਮੁੱਚ ਪਿਤਾ ਪਰਮੇਸ਼ਰ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਅਸੀਂ ਇਸ ਦੇ ਜ਼ਰੀਏ ਇਸ ਦੁਨੀਆ ਦੀ ਅੰਤ ਦੀ ਭਵਿੱਖਬਾਣੀਆਂ ਦੀ ਖਬਰਾਂ ਨੂੰ ਸੁਣਦੇ ਹਾਂ। ਪਿਤਾ ਪਰਮੇਸ਼ਰ, ਤੁਸੀਂ ਸਾਡੀ ਮਦਦ ਕਰੋ ਕਿ ਇਹ ਮਹੱਤਵਪੂਰਨ ਕਿਤਾਬ ਨੂੰ ਅਸੀਂ ਦਿਲਚਸਪੀ ਨਾਲ ਔਰ ਮਿਹਨਤ ਦੇ ਨਾਲ ਸੁਣ ਸਕੀਏ, ਸਮਝ ਸਕੀਏ ਔਰ ਇਸ ਦਾ ਜੋ ਵਚਨ ਅਸੀਂ ਸੁਣਦੇ ਹਾਂ ਉਸ ਨੂੰ ਆਪਣੀ ਜ਼ਿੰਦਗੀਆਂ 'ਚ ਲਾਗੂ ਕਰ ਸਕੀਏ। ਸਾਡੀ ਇਸ ਪ੍ਰਾਰਥਨਾ ਨੂੰ ਸੁਣ ਲਓ, ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।